ਕਿਉਂ ਇਹ ਉਹ ਜਗ੍ਹਾ ਹੈਗੀ ਆ ਜਿੱਥੇ 1984 ਦੇ ਸਿੱਖ ਕਤਲੇਆਮ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਆ ਕਿ ਜਿੱਥੇ ਦੇਖੋ ਉਹਨੇ 1984 ਦੇ ਵਿੱਚ ਜਦੋਂ ਕਤਲੇਆਮ ਹੋਇਆ ਸੀ, ਇਹ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਬਣਿਆ ਹੋਇਆ ਸੀਗਾ। ਇਹਨੇ ਰਾਜੀਵ ਗਾਂਧੀ ਨੂੰ ਹਰ ਇੱਕ ਉਹ ਚੀਜ਼ ਦੱਸੀ ਜਿਹਦੇ ਨਾਲ ਕਿ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ, ਔਰ ਇਹਨਾਂ ਨੇ ਕਤਲੇਆਮ ਕਰਵਾਇਆ। ਇਹ ਜਗ੍ਹਾ ਚੁਣਨ ਦੇ ਨਾਲ ਤੂੰ ਅਗਰ ਇਹ ਸੋਚਿਆ ਕਿ ਮੈਂ ਇੱਥੇ 2 ਕਰੋੜ ਰੁਪਈਆ ਦੇ ਕੇ ਤੇ ਆਪਣੇ ਆਪ ਨੂੰ ਸੇਵ ਕਰ ਲੂੰਗਾ, ਮੇਰੇ ਤੋਂ ਇਹ ਦੱਬਾ ਉਤਰ ਜਾਏਗਾ, ਇਹ ਕਦੀ ਵੀ ਨਹੀਂ ਉਤਰ ਸਕਦਾ। ਇਹਦੇ ਤੇ ਗੁਰੂ ਦੀ ਕਿਰਪਾ ਹੈਗੀ ਆ। ਤੁਸੀਂ ਤੇ ਜਿਹਨੂੰ ਵੀ ਜੋ ਕਹਿ ਦੋਗੇ ਉਹ ਲਿਆ ਕੇ ਲੋਕ ਤੁਹਾਨੂੰ ਦਾਨ ਦੇਣਗੇ, ਤੁਹਾਡੀ ਗੋਲਕ ਵਿੱਚ ਪੈਸਾ ਆਏਗਾ, ਤੁਸੀਂ ਲੋਕਾਂ ਤੇ ਖਰਚੋਗੇ। ਤੁਹਾਡੇ ਤੇ ਗੁਰੂ ਦੀ ਇੰਨੀ ਕਿਰਪਾ ਹੈਗੀ ਆ। ਪਰ ਤੁਸੀਂ ਇਸ ਕਾਤਲ ਬੰਦੇ ਤੋਂ ਜਿਹੜਾ 2 ਕਰੋੜ ਰੁਪਈਆ ਲਿਆ, ਤੇ ਕਿਤੇ ਨਾ ਕਿਤੇ ਤੁਸੀਂ ਵੀ ਇਸ ਟਾਈਮ ਗਲਤੀ ਕਰ ਗਏ ਹੋ। ਕਿ ਮੈਂ ਤੁਹਾਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਇਹ 2 ਕਰੋੜ ਉਹਦਾ ਵਾਪਸ ਦਿਓ ਤੇ ਸਿੱਖ ਕੌਮ ਤੋਂ ਮਾਫੀ ਮੰਗੋ। ਤੇ ਟਵੀਟ ਤੇ ਸਿਰਸਾ ਸਾਹਿਬ ਨੂੰ ਕਰਨਾ ਹੀ ਨਹੀਂ ਸੀ ਚਾਹੀਦਾ। ਇਹਨਾਂ ਨੂੰ ਖੁਦ ਪਤਾ ਕਿ ਇੱਕ ਕਾਤਲ ਬੰਦਾ ਹੈਗਾ ਜਿਹੜਾ ਆ ਜਾ ਕੇ ਮੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਨ ਦੇ ਰਿਹਾ ਹੈਗਾ। ਸਿਰਸਾ ਸਾਹਿਬ ਨੇ ਪੂਰਾ 1 ਸਾਲ ਕੋਵਿਡ ਦੀ ਮਰੀਜ਼ਾਂ ਦੀ ਸੇਵਾ ਕੀਤੀ, ਲੰਗਰ ਚਲਾਏ, ਕਿਸਾਨੀ ਮੋਰਚੇ ਦੀ ਸੇਵਾ ਕੀਤੀ। ਉਦੋਂ ਅਮਿਤਾਭ ਬੱਚਨ ਦੇ ਹੀ ਪੈਸਿਆਂ ਨਾਲ ਇਹ ਸਾਰਾ ਕੁਝ ਚੱਲਿਆ, ਸੰਗਤ ਦੇ ਪੈਸੇ ਨਾਲ ਚੱਲਿਆ। ਸਿਰਸਾ ਸਾਹਿਬ ਇੰਨੇ ਸੁਲਝੇ ਹੋਏ ਬੰਦੇ, ਇੰਨੇ ਸਮਝਦਾਰ ਬੰਦੇ, ਉਹਨਾਂ ਨੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਗਲਤੀ ਕੀਤੀ ਹੈਗੀ। ਮੇਰੀ ਸਮਝ ਤੋਂ ਗੱਲ ਬਾਹਰ ਆ। ਸਾਡੇ ਜਿਹੜੇ ਭੈਣ ਭਰਾ ਸਾਡੀਆਂ ਅੱਖਾਂ ਦੇ ਸਾਹਮਣੇ ਮਰੇ, ਅਸੀਂ ਲਾਸ਼ਾਂ ਝੁਲਸੀਆਂ ਦੇਖੀਆਂ, ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਨਿਕਲ ਕੇ ਜਾ ਕੇ ਕੈਂਪਾਂ ਵਿੱਚ ਪਹੁੰਚੀ, ਅਸੀਂ ਉਹ ਚੀਜ਼ਾਂ ਭੁੱਲ ਜਾਵਾਂਗੇ। ਅਮਿਤਾਭ ਬੱਚਨ ਵੱਲੋਂ ਰਕਾਬਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਸੇਵਾ ਦਿੱਤੀ ਜਾਂਦੀ ਹੈ 2 ਕਰੋੜ ਦੀ। ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰਕੇ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਘਿਰ ਜਾਂਦੇ ਨੇ ਉਹ। ਤੇ ਇਸ ਮੁੱਦੇ ਤੇ ਅੱਜ ਅਸੀਂ ਗੱਲ ਕਰਾਂਗੇ। ਸਾਡੇ ਨਾਲ ਦੰਗਾ ਪੀੜਤ ਸੇਵਾ ਸੁਸਾਇਟੀ ਦੇ ਪੰਜਾਬ ਪ੍ਰਧਾਨ ਇਸਤਰੀ ਵਿੰਗ ਤੋਂ ਬੀਬੀ ਗੁਰਦੀਪ ਕੌਰ ਜੀ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹ ਜਿਹੜੀ ਸਹਾਇਤਾ ਲੈਣੀ ਜਾਂ ਸਹਾਇਤਾ ਗੁਰੂ ਘਰ ਦੇ ਵਿੱਚ ਆ ਕੇ ਗੋਲਕ ਦੇ ਵਿੱਚ ਜੋ ਵੀ ਕੋਈ ਦਾਨ ਪਾ ਜਾਵੇ, ਉਹ ਇੱਕ ਚੀਜ਼ ਅਲੱਗ ਹੈਗੀ ਆ। ਔਰ ਇਹ ਕਿਹੋ ਜਿਹਾ ਬੰਦਾ ਆ ਕੇ ਕੋਵਿਡ ਸੈਂਟਰ ਦੇ ਵਾਸਤੇ ਉੱਥੇ ਸਹਾਇਤਾ ਦਿੰਦਾ ਹੈਗਾ ਰਕਾਬਗੰਜ ਸਾਹਿਬ ਦੇ ਵਿੱਚ, ਕਿ ਜਿੱਥੇ ਦੇਖੋ ਉਹਨੇ 1984 ਦੇ ਵਿੱਚ ਜਦੋਂ ਕਤਲੇਆਮ ਹੋਇਆ ਸੀ, ਇਹ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਬਣਿਆ ਹੋਇਆ ਸੀਗਾ। ਇਹਨੇ ਰਾਜੀਵ ਗਾਂਧੀ ਨੂੰ ਹਰ ਇੱਕ ਉਹ ਚੀਜ਼ ਦੱਸੀ ਜਿਹਦੇ ਨਾਲ ਕਿ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ, ਔਰ ਇਹਨਾਂ ਨੇ ਕਤਲੇਆਮ ਕਰਵਾਇਆ। ਔਰ ਇੱਕ ਕਾਤਲ ਬੰਦਾ ਉੱਠ ਕੇ ਆ ਜਾ ਕੇ ਉਸ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਕੋਵਿਡ ਸੈਂਟਰ ਨੂੰ ਅਗਰ ਦਾਨ ਦਿੰਦਾ, ਤੇ ਇੱਕ ਬਹੁਤ ਹੀ ਮੱਦਭਾਗੀ ਗੱਲ ਹੈਗੀ ਆ। ਕਿਉਂ ਇਹ ਉਹ ਜਗ੍ਹਾ ਹੈਗੀ ਆ ਜਿੱਥੇ 1984 ਦੇ ਸਿੱਖ ਕਤਲੇਆਮ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਆ। ਉਹਨੇ ਇਹ ਜਗ੍ਹਾ ਤਾਂ ਕਰਕੇ ਚੁਣੀ ਅਮਿਤਾਭ ਬੱਚਨ ਨੇ, ਤਾਂ ਕਿ ਇਹ ਉੱਥੇ ਉਹ 2 ਕਰੋੜ ਦੀ ਸਹਾਇਤਾ ਦੇ ਕੇ ਜਿਹੜਾ ਉਹਦੇ ਇੱਕ ਦੱਬਾ ਲੱਗਿਆ ਹੋਇਆ ਕਾਤਲ ਹੋਣ ਦਾ, ਤੇ ਉਹ ਆਪਣਾ ਦੱਬਾ ਉਤਾਰਨਾ ਚਾਹੁੰਦਾ। ਮੈਂ ਅੱਜ ਅਮਿਤਾਭ ਬੱਚਨ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਹਾਂ, ਤੂੰ ਬਹੁਤ ਵੱਡਾ ਦਾਨੀ ਹੈਗਾ, ਤੇਰੇ ਕੋਲ ਬਹੁਤ ਪੈਸਾ ਹੈਗਾ, ਤੇ ਤੂੰ ਜਿਹੜੇ ਬੰਬੇ ਦੇ ਵਿੱਚ ਇੰਨੇ ਦੁਨੀਆ ਮਰ ਰਹੀ ਆ, ਜਾਂ ਹੋਰ ਜਿਹੜਿਆਂ ਇਲਾਕਿਆਂ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਮੌਤਾਂ ਹੋ ਰਹੀਆਂ, ਆਕਸੀਜਨ ਦੀ ਕਮੀ ਹੈਗੀ ਆ, ਹੋਰ ਸਭ ਕੁਛ ਹੈਗਾ, ਉਹਨਾਂ ਸੈਂਟਰਾਂ ਦੇ ਵਿੱਚ ਤੁਸੀਂ ਦਾਨ ਕਿਉਂ ਨਹੀਂ ਦਿੱਤਾ? ਉਹਨਾਂ ਹਸਪਤਾਲਾਂ ਦੇ ਵਿੱਚ ਦਾਨ ਕਿਉਂ ਨਹੀਂ ਦਿੱਤਾ? ਇਹੀਓ ਜਗ੍ਹਾ ਤੂੰ ਕਿਉਂ ਚੁਣੀ? ਔਰ ਇਹ ਜਗ੍ਹਾ ਚੁਣਨ ਦੇ ਨਾਲ ਤੂੰ ਅਗਰ ਇਹ ਸੋਚਿਆ ਕਿ ਮੈਂ ਇੱਥੇ 2 ਕਰੋੜ ਰੁਪਈਆ ਦੇ ਕੇ ਤੇ ਆਪਣੇ ਆਪ ਨੂੰ ਸੇਵ ਕਰ ਲੂੰਗਾ, ਮੇਰੇ ਤੋਂ ਇਹ ਦੱਬਾ ਉਤਰ ਜਾਏਗਾ, ਇਹ ਕਦੀ ਵੀ ਨਹੀਂ ਉਤਰ ਸਕਦਾ। ਸਿੱਖ ਕੌਮ ਕਦੀ ਵੀ ਤੈਨੂੰ ਬਰਦਾਸ਼ਤ ਨਹੀਂ ਕਰੇਗੀ, ਕਦੀ ਵੀ ਤੈਨੂੰ ਭੁੱਲੇਗੀ ਵੀ ਨਹੀਂ ਕਿ ਜੋ ਕੁਝ ਤੂੰ ਕਰਵਾਇਆ। ਰਾਜੀਵ ਗਾਂਧੀ ਤੋਂ ਜਿਹੜਾ ਨਾਰਾ ਲੱਗਿਆ ਸੀ, खून का बदला खून, जब बड़ा पेड़ गिरता है धरती कांपती है, ये नारा इन्हें लगवाया सी अमिताभ बच्चन ने। मैं सिरसा साहब ने भी ये कहना चाहनी हाँ कि सिरसा साहब तुसीं आज तो साल पहले या 1.5 साल पहले एक इंटरव्यू दिता सीगा। ਉਹ ਇੰਟਰਵਿਊ ਦੇ ਵਿੱਚ ਬਾਰ-ਬਾਰ ਨਾਲ ਦਿਖਾ ਰਹੇ ਨੇ ਕਿ ਇੰਦਰਾ ਗਾਂਧੀ ਦੀ ਲਾਸ਼ ਪਈ ਹੋਈ ਆ, ਨਾਲ ਰਾਜੀਵ ਗਾਂਧੀ ਖੜਾ, ਤੇ ਨਾਲ ਹੀ ਆਹ ਅਮਿਤਾਭ ਬੱਚਨ ਖੜਾ ਹੈਗਾ। ਤੇ ਇਸ ਕਾਤਲ ਤੋਂ ਪੈਸੇ ਲੈਣ ਵਾਸਤੇ ਦੇਖੋ, ਸਿਰਸਾ ਸਾਹਿਬ ਨੇ ਕੋਵਿਡ ਦੇ ਟਾਈਮ ਤੇ ਇਤਨੇ ਲੰਗਰ ਦੀ ਸੇਵਾ ਕੀਤੀ, ਦਵਾਈਆਂ ਦੀ ਸੇਵਾ ਕੀਤੀ, ਇੱਕ ਹਸਪਤਾਲ ਬਣਾਇਆ ਉੱਥੇ ਉਹਨਾਂ ਨੇ ਦਿੱਲੀ ਦੇ ਵਿੱਚ, ਜਿੱਥੇ ਕੋਈ ਪਰਚੀ ਨਹੀਂ ਹੈਗੀ ਆ, ਕੋਈ ਕਾਊਂਟਰ ਹੀ ਨਹੀਂ ਆ ਪਰਚੀ ਦਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਸਾਨੀ ਮੁੱਦੇ ਤੇ ਬਹੁਤ ਸੇਵਾ ਕੀਤੀ, ਕਿਸਾਨਾਂ ਦੀ ਬੜਾ ਕੁਝ ਕੀਤਾ। ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਤੇ ਤਾਂ ਗੁਰੂ ਦੀ ਕਿਰਪਾ ਹੈਗੀ ਆ। ਤੁਸੀਂ ਤੇ ਜਿਹਨੂੰ ਵੀ ਜੋ ਕਹਿ ਦੋਗੇ ਉਹ ਲਿਆ ਕੇ ਲੋਕ ਤੁਹਾਨੂੰ ਦਾਨ ਦੇਣਗੇ, ਤੁਹਾਡੀ ਗੋਲਕ ਵਿੱਚ ਪੈਸਾ ਆਏਗਾ, ਤੁਸੀਂ ਲੋਕਾਂ ਤੇ ਖਰਚੋਗੇ। ਤੁਹਾਡੇ ਤੇ ਗੁਰੂ ਦੀ ਇੰਨੀ ਕਿਰਪਾ ਹੈਗੀ ਆ। ਪਰ ਤੁਸੀਂ ਇਸ ਕਾਤਲ ਬੰਦੇ ਤੋਂ ਜਿਹੜਾ 2 ਕਰੋੜ ਰੁਪਈਆ ਲਿਆ,
ਤੇ ਕਿਤੇ ਨਾ ਕਿਤੇ ਤੁਸੀਂ ਵੀ ਇਸ ਟਾਈਮ ਗਲਤੀ ਕਰ ਗਏ ਹੋ ਕਿ ਇਹਦੇ ਨਾਲ ਜਿਹੜੇ ਸਾਡੇ ਸਿੱਖਾਂ ਦੇ ਹਿਰਦੇ ਸੀਗੇ ਇਹ ਵਲੂੰਧਰੇ ਗਏ ਤੇ ਇਹਨਾਂ ਤੇ ਬਿਲਕੁਲ ਇੱਕ ਨਮਕ ਛਿੜਕਣ ਵਾਲੀ ਗੱਲ ਹੋ ਗਈ ਆ ਕਿ ਇੱਕ 36 ਸਾਲਾਂ ਬਾਅਦ ਇੱਕ ਕਾਤਲ ਆ ਕੇ ਸਾਡੇ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਦਾਨ ਦਿੰਦਾ ਹੈਗਾ ਜਿੱਥੇ ਕਿ ਸ਼ਹੀਦਾਂ ਦੀ ਯਾਦ ਬਣੀ ਹੋਈ ਆ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਬਣੀ ਹੋਈ ਆ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਇਹ ਦਾਨ ਦੇਣਾ ਇੱਕ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹਨੂੰ ਆਪਾਂ ਕਹਿ ਲਵਾਂ। ਤੇ ਅਸੀਂ ਇਸ ਚੀਜ਼ ਨੂੰ ਮੈਂ ਸਿਰਸਾ ਸਾਹਿਬ ਨੂੰ ਇਹ ਬੇਨਤੀ ਕਰਦੀ ਹਾਂ ਕਿ ਸਿਰਸਾ ਸਾਹਿਬ ਤੁਹਾਡੀ ਬਹੁਤ ਇੱਜ਼ਤ ਬਣੀ ਹੋਈ ਆ ਦੁਨੀਆ ਦੇ ਵਿੱਚ। ਮੈਂ ਵੀ ਉਹਨਾਂ ਦੀ ਬਹੁਤ ਸਤਿਕਾਰ ਕਰਦੀ ਹਾਂ, ਬੜੀ ਇੱਜ਼ਤ ਕਰਦੀ ਹਾਂ ਕਿਉਂਕਿ ਉਹ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਸੀਗੇ। ਪਰ ਅੱਜ ਤੁਸੀਂ 2 ਕਰੋੜ ਲੈ ਕੇ ਕਿਤੇ ਨਾ ਕਿਤੇ ਸਾਨੂੰ ਹਿਲਾ ਦਿੱਤਾ ਵਾ। ਮੈਂ ਤੁਹਾਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਇਹ 2 ਕਰੋੜ ਉਹਦਾ ਵਾਪਸ ਦਿਓ ਤੇ ਸਿੱਖ ਕੌਮ ਤੋਂ ਮਾਫੀ ਮੰਗੋ। ਅਗਰ ਕਿ ਮਾਫੀ ਮੰਗੋ ਬਿਲਕੁਲ, ਅਗਰ ਇਹ 2 ਕਰੋੜ ਵਾਪਸ ਨਹੀਂ ਕਰਦੇ ਤੇ ਅਸੀਂ ਇਸ ਚੀਜ਼ ਦਾ ਜਿਹੜਾ ਮੁੱਦਾ ਹੈਗਾ ਅਸੀਂ ਬਹੁਤ ਜਲਦੀ ਸਿੰਘ ਸਾਹਿਬ ਆ ਰਹੇ ਨੇ, ਬਾਹਰ ਗਏ ਹੋਏ ਆ, ਉੱਥੋਂ ਆ ਰਹੇ ਨੇ। ਅਸੀਂ ਉਹਨਾਂ ਦੇ ਕੱਲ੍ਹ ਪੀਏ ਸਾਹਿਬ ਨੂੰ ਫੋਨ ਕੀਤਾ ਸੀ, ਟਾਈਮ ਲਿਆ ਉਹਨਾਂ ਤੋਂ। ਉਹ ਕਹਿੰਦੇ ਜਦੋਂ ਹੀ ਉਹ ਇੰਡੀਆ ਦੇ ਵਿੱਚ ਆ ਜਾਣਗੇ ਅਸੀਂ ਨਾਲ ਹੀ ਤੁਹਾਨੂੰ ਟਾਈਮ ਦੇ ਦੇਵਾਂਗੇ। ਅਸੀਂ ਉਹਨਾਂ ਨੂੰ ਵੀ ਜਾ ਕੇ ਮੰਗ ਪੱਤਰ ਦੇਵਾਂਗੇ ਆਪਣੀ ਸੁਸਾਇਟੀ ਵੱਲੋਂ ਕਿ ਦੇਖੋ ਇਹ ਜਿਹੜਾ 2 ਕਰੋੜ ਹੈਗਾ ਅਮਿਤਾਭ ਬੱਚਨ ਦਾ ਇਹ ਵਾਪਸ ਜਾਣਾ ਚਾਹੀਦਾ। ਤੇ ਕਿਤੇ ਨਾ ਕਿਤੇ ਅਗਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਸਿਰਸਾ ਸਾਹਿਬ ਨੂੰ ਮਾਫੀ ਮੰਗਣ ਲੱਗਿਆ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। ਵੱਡਾ ਬੰਦਾ ਉਹੀ ਵਾ ਜਿਹੜਾ ਗਲਤੀ ਕਰਕੇ ਮਾਫੀ ਮੰਗ ਲਵੇ, ਠੀਕ ਹੈ ਨਾ। ਤੇ ਇਸ ਕਰਕੇ ਉਹਨਾਂ ਨੇ ਕੌਮ ਵਾਸਤੇ ਬੜਾ ਕੁਝ ਕੀਤਾ, ਦੁਨੀਆ ਵਾਸਤੇ ਬੜਾ ਕੁਝ ਕੀਤਾ। ਤੇ ਹੁਣ ਜੇ ਕਿਤੇ ਨਾ ਕਿਤੇ ਲੋਕਾਂ ਦੇ ਹਿਰਦੇ ਜਿਹੜੇ ਵਲੂੰਧਰੇ ਗਏ ਨੇ ਇਸ ਚੀਜ਼ ਨੂੰ ਲੈ ਕੇ ਤੇ ਇੱਥੇ ਆ ਕੇ ਸਿਰਸਾ ਸਾਹਿਬ ਨੂੰ ਇੱਕ ਦਿਨ ਵੀ ਨਹੀਂ ਲਗਾਉਣਾ ਚਾਹੀਦਾ ਕਿ ਉਹ 2 ਕਰੋੜ ਰੁਪਈਆ ਵੀ ਵਾਪਸ ਕਰਨ ਤੇ ਉਹਨਾਂ ਦਾ ਜਿਹੜਾ ਹੈਗਾ ਸਿੱਖ ਕੌਮ ਤੋਂ ਮਾਫੀ ਵੀ ਮੰਗਣ। ਜੀ, ਕਿਤੇ ਨਾ ਕਿਤੇ ਹੁਣ ਇਹ ਵੀ ਸਵਾਲ ਉੱਠਦਾ ਹੈ ਕਿ ਜੇ ਮਨਿੰਦਰ ਸਿਰਸਾ ਵੱਲੋਂ ਟਵੀਟ ਨਾ ਕੀਤਾ ਜਾਂਦਾ, ਸੋਸ਼ਲ ਮੀਡੀਆ ਤੇ ਦੱਸਿਆ ਨਾ ਜਾਂਦਾ ਤਾਂ ਇਹ ਵਿਵਾਦ ਹੀ ਨਹੀਂ ਖੜਾ ਹੋਣਾ ਸੀ ਤੇ ਕਿਤੇ ਨਾ ਕਿਤੇ ਗੱਲ ਦਬੀ ਰਹਿ ਜਾਂਦੀ, ਸਾਡੇ ਤੱਕ ਨਾ ਪਹੁੰਚ ਪਾਉਂਦੀ। ਤਾਂ ਉਹਨਾਂ ਨੇ ਗਲਤੀ ਕਰ ਲਈ ਟਵੀਟ ਕਰਕੇ। ਦੇਖੋ ਦਾਨੀ ਲੋਕ ਬਹੁਤ ਬੈਠੇ ਦੁਨੀਆ ਦੇ ਵਿੱਚ। ਇਹ ਪੁੰਨ ਦਾਨ ਦੇ ਸਿਰ ਤੇ ਹੀ ਇੰਨੀ ਦੁਨੀਆ ਚਲਦੀ ਆ ਰਹੀ ਆ, ਬੜੀ ਦੁਨੀਆ ਦਾਨੀ ਬੈਠੀ ਆ। ਲੋਕੀ ਆ ਕੇ ਮੈਂ ਇਹੋ ਜਿਹੇ ਲੋਕ ਦੇਖੇ ਨੇ ਆਪਣੀ ਅੱਖੀ ਜਿਹੜੇ ਗੋਲਕਾਂ ਦੇ ਵਿੱਚ ਆ ਕੇ ਨਾ ਕਰੋੜਾਂ ਦੇ ਹਿਸਾਬ ਤੇ ਗੋਲਕਾਂ ਵਿੱਚ ਮੱਥਾ ਟੇਕ ਜਾਂਦੇ ਨੇ, ਉਹ ਕਿਸੇ ਨੂੰ ਸ਼ੋਅ ਨਹੀਂ ਕਰਦੇ। ਤੇ ਟਵੀਟ ਤੇ ਸਿਰਸਾ ਸਾਹਿਬ ਨੂੰ ਕਰਨਾ ਹੀ ਨਹੀਂ ਸੀ ਚਾਹੀਦਾ। ਇਹਨਾਂ ਨੂੰ ਖੁਦ ਪਤਾ ਕਿ ਇੱਕ ਕਾਤਲ ਬੰਦਾ ਹੈਗਾ ਜਿਹੜਾ ਆ ਜਾ ਕੇ ਮੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਨ ਦੇ ਰਿਹਾ ਹੈਗਾ ਤੇ ਉਹ ਚੀਜ਼ ਉਹਨਾਂ ਨੂੰ ਕਦੀ ਵੀ ਟਵੀਟ ਨਹੀਂ ਸੀ ਕਰਨੀ ਚਾਹੀਦੀ। ਫਿਰ ਉਹ ਛੁਪਾ ਕੇ ਰੱਖਦੇ ਤੇ ਦਾਨ ਹੋ ਜਾਂਦਾ ਲੋਕਾਂ ਦੇ ਵਿੱਚ, ਫਿਰ ਉਹੀ ਪੈਸੇ ਦੀ ਵਰਤੋਂ ਹੁੰਦੀ ਕੋਵਿਡ ਕੇਅਰ ਸੈਂਟਰ 'ਚ। ਉਹ ਸਹੀ ਸੀ। ਦੇਖੋ ਗੁਰੂ ਦੀ ਜਿਹੜੀ ਗੋਲਕ ਹੈਗੀ ਆ ਗਰੀਬ ਦਾ ਮੂੰਹ ਹੈਗੀ ਆ, ਇਹ ਕਹਾਵਤ ਬਣੀ ਹੋਈ ਆ। ਉਸ ਗੋਲਕ ਦੇ ਵਿੱਚ ਕੋਈ ਵੀ ਆ ਕੇ, ਚਾਹੇ ਉਹ ਕੋਈ ਕਾਤਲ ਹੈਗਾ, ਕੋਈ ਸ਼ਰੀਫ ਹੈਗਾ, ਕੋਈ ਕਿਹੋ ਜਿਹਾ ਵੀ ਹੈਗਾ, ਉਹ ਉੱਥੇ ਆ ਕੇ ਮੱਥਾ ਟੇਕ ਸਕਦਾ, ਗੋਲਕ ਦੇ ਵਿੱਚ ਪੈਸੇ ਪਾ ਸਕਦਾ, ਉਹਨੂੰ ਕੋਈ ਨਹੀਂ ਰੋਕ ਸਕਦਾ ਹੈਗਾ, ਉਹਦੇ ਤੇ ਕੋਈ ਸਵਾਲ ਨਹੀਂ ਖੜਾ ਹੋ ਸਕਦਾ। ਪਰ ਜਿੱਥੇ ਆ ਕੇ ਦਾਨ ਦੇ ਕੇ ਤੇ ਉਸ ਚੀਜ਼ ਨੂੰ ਉਜਾਗਰ ਕਰਨਾ ਕਿ ਮੈਂ ਫਲਾਣੀ ਥਾਂ ਤੇ ਇੰਨਾ ਦਾਨ ਦੇ ਕੇ ਆਇਆ, ਜਾਂ ਜਿਨ੍ਹਾਂ ਨੇ ਦਾਨ ਲਿਆ ਉਹਨਾਂ ਨੂੰ ਇਹ ਚੀਜ਼ ਟਵੀਟ ਕਰਕੇ ਦੱਸਣਾ ਕਿ ਅਸੀਂ ਅਮਿਤਾਭ ਬੱਚਨ ਨੇ ਇੰਨਾ ਦਾਨ ਦਿੱਤਾ ਹੈਗਾ ਕੋਵਿਡ ਸੈਂਟਰ ਦੇ ਵਾਸਤੇ। ਤੇ ਕੀ ਹੈਗਾ, ਪਹਿਲੇ ਸਿਰਸਾ ਸਾਹਿਬ ਨੇ ਪੂਰਾ 1 ਸਾਲ ਕੋਵਿਡ ਦੀ ਮਰੀਜ਼ਾਂ ਦੀ ਸੇਵਾ ਕੀਤੀ, ਲੰਗਰ ਚਲਾਏ, ਕਿਸਾਨੀ ਮੋਰਚੇ ਦੀ ਸੇਵਾ ਕੀਤੀ। ਉਦੋਂ ਅਮਿਤਾਭ ਬੱਚਨ ਦੇ ਹੀ ਪੈਸਿਆਂ ਨਾਲ ਇਹ ਸਾਰਾ ਕੁਝ ਚੱਲਿਆ, ਸੰਗਤ ਦੇ ਪੈਸੇ ਨਾਲ ਚੱਲਿਆ, ਨਾ ਕਿ ਅਮਿਤਾਭ ਬੱਚਨ ਦੇ ਪੈਸੇ ਨਾਲ ਚੱਲਿਆ। ਸੰਗਤ ਇਹੋ ਜਿਹੇ ਬੰਦੇ ਤੋਂ ਪੈਸਾ ਲੈ ਕਿ ਹਾਂ, ਅਗਰ ਅਮਿਤਾਭ ਬੱਚਨ ਖੁਦ ਵੀ ਆਂਦਾ ਗੋਲਕ ਦੇ ਵਿੱਚ ਪੈਸੇ ਪਾ ਜਾਂਦਾ, ਉਹਨੂੰ ਕੋਈ ਨਹੀਂ ਮਨਾ ਕਰ ਸਕਦਾ, ਅਸੀਂ ਵੀ ਨਹੀਂ ਮਨਾ ਕਰ ਸਕਦੇ, ਚਾਹੇ ਸਾਡਾ ਦਿਲ ਜਿੰਨਾ ਮਰਜ਼ੀ ਦੁਖੇ। ਪਰ ਉਹ ਗੁਰੂ ਦਾ ਘਰ ਸਭ ਦਾ ਸਾਂਝਾ ਹੈਗਾ, ਉੱਥੇ ਕਾਤਲ ਵੀ ਆ ਸਕਦਾ, ਉੱਥੇ ਸਾਡੇ ਵਰਗੇ ਵੀ ਜਾ ਸਕਦੇ, ਗਰੀਬ ਅਮੀਰ ਹਰ ਧਰਮ ਦਾ ਬੰਦਾ ਉੱਥੇ ਆ ਸਕਦਾ, ਉਹਨੂੰ ਕੋਈ ਨਹੀਂ ਰੋਕਿਆ ਜਾ ਸਕਦਾ। ਪਰ ਜਿੱਥੇ ਇੱਕ ਦਾਨ ਦੇ ਕੇ ਉਸ ਚੀਜ਼ ਨੂੰ ਉਜਾਗਰ ਕਰਨਾ, ਉਹ ਇੱਕ ਬਹੁਤ ਹੀ ਮਾੜੀ ਗੱਲ ਹੋਈ ਆ। ਮੈਂ ਕਹਿੰਦੀ ਹਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿ ਉਹ 36 ਸਾਲ ਪਹਿਲੇ ਜਿਹੜੇ ਜ਼ਖਮ ਸੀ ਲੋਕਾਂ ਦੇ, ਉਹ ਹਰੇ ਹੋ ਗਏ ਨੇ। ਤੁਹਾਡਾ ਮਤਲਬ ਕਿ ਜੇ ਅਮਿਤਾਭ ਬੱਚਨ ਦਾਨ ਦੇਣਾ ਚਾਹੁੰਦੇ ਤਾਂ ਦਾਨ ਦੇਣਾ ਸਹੀ ਹੈ, ਉਹ ਐਕਸੈਪਟੇਬਲ ਸੀਗਾ। ਜੇ ਗੁਰੂ ਦੀ ਗੋਲਕ ਵਿੱਚ ਦਾਨ ਦਿੱਤਾ ਜਾਂਦਾ ਤਾਂ ਉਸ ਦਾ ਇਸਤੇਮਾਲ ਕਰ ਸਕਦੇ ਸੀ ਲੋਕਾਂ ਦੀ ਭਲਾਈ ਲਈ। ਪਰ ਜੇ ਮਨਿੰਦਰ ਸਿਰਸਾ ਵੱਲੋਂ ਉਹ ਦਾਨ ਲਿਆ ਗਿਆ ਤੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ, ਸਿਰਫ ਟਵੀਟ ਕਰਨਾ ਗਲਤ ਸੀਗਾ। ਦੇਖੋ ਜਿਹੜੀ ਤੁਸੀਂ ਦਾਨ ਦੀ ਗੱਲ ਕਹੀ ਆ, ਹੁਣ ਦਾਨ ਦੇਣ ਵਾਸਤੇ ਤੁਸੀਂ ਚਲੇ ਜਾਂਦੇ ਹੋ ਗੁਰਦੁਆਰੇ ਦੇ ਵਿੱਚ, ਤੁਸੀਂ ਉੱਥੇ 10 ਰੁਪਏ ਦਾ ਮੱਥਾ ਟੇਕਿਆ ਕਿ 100 ਦਾ ਟੇਕਿਆ, ਇਹ ਨਹੀਂ ਪਤਾ ਕਿਸੇ ਨੂੰ, ਤੁਹਾਡਾ ਨਹੀਂ ਉੱਥੇ ਨਾਮ ਆਇਆ। ਮੈਂ ਚਲੀ ਜਾਂਦੀ ਹਾਂ, ਮੈਂ ਮੱਥਾ ਟੇਕਦੀ ਹਾਂ, 10 ਦਾ ਟੇਕਿਆ, 100 ਦਾ ਟੇਕਿਆ, ਮੇਰਾ ਉੱਥੇ ਨਾਮ ਨਹੀਂ ਆਏਗਾ ਕਿ ਮੈਂ ਮੱਥਾ ਟੇਕਿਆ ਹੈਗਾ। ਉਹ ਮੇਰੀ ਸ਼ਰਧਾ ਹੈਗੀ ਹੈ, ਮੈਂ ਮੱਥਾ ਟੇਕ ਗਈ।
ਮੈਂ ਗੁਰੂ ਦੇ ਸਾਹਮਣੇ ਅਗਰ ਮੈਂ ਚੋਰ ਹੈਗੀ ਹਾਂ ਤੇ ਤਾਂ ਵੀ ਗੁਰੂ ਨੂੰ ਪਤਾ, ਜੇਕਰ ਮੈਂ ਸ਼ਾਦ ਹੈਗੀ ਹਾਂ ਤਾਂ ਵੀ ਗੁਰੂ ਨੂੰ ਪਤਾ। ਉਹ ਗੁਰੂ ਨੂੰ ਪਤਾ ਹੈਗਾ, ਗੁਰੂ ਤੋਂ ਉੱਪਰ ਕੋਈ ਵੀ ਨਹੀਂ ਹੈਗਾ, ਠੀਕ ਹੈ ਨਾ ਜੀ। ਪਰ ਦਾਨ ਲੈ ਕੇ ਉਹਨੂੰ ਟਵੀਟ ਕਰਕੇ ਦੱਸਣਾ, ਇਹ ਇੱਕ ਦੇਖੋ ਸਿੱਖਾਂ ਦੀਆਂ ਭਾਵਨਾਵਾਂ ਹੈਗੀਆਂ। ਅਗਰ ਜਾਂ ਤਾਂ ਕਿਸੇ ਬੰਦੇ ਨੂੰ ਪਤਾ ਨਹੀਂ ਹੈਗਾ ਕਿ ਇਹਨੇ 84 ਵਿੱਚ ਕੀ ਕੀਤਾ ਸੀਗਾ, ਫਿਰ ਤੇ ਇੱਕ ਅਲੱਗ ਗੱਲ ਹੋ ਜਾਂਦੀ ਹੈ, ਵੀ ਪਤਾ ਨਹੀਂ ਹੈਗਾ, ਚਲੋ ਉਹਨਾਂ ਨੇ ਗਲਤੀ ਨਾਲ ਇਹ ਸਾਰਾ ਕੁਝ ਕਰ ਦਿੱਤਾ। ਜਦੋਂ ਸਿਰਸਾ ਸਾਹਿਬ ਆਪ ਤੇ ਉਹਦੇ ਖਿਲਾਫ ਬੋਲਦੇ ਪਏ ਨੇ, ਆਪ ਤੇ ਜਿੱਥੇ ਕਿਤੇ ਉਹ ਇੰਟਰਵਿਊ ਦੇ ਰਹੇ ਹੈਗੇ ਨੇ, ਨਾਲ ਇੱਕ ਪਾਸੇ ਇੰਦਰਾ ਗਾਂਧੀ ਦੀ ਲਾਸ਼ ਪਈ ਹੈ, ਇੱਕ ਪਾਸੇ ਰਾਜੀਵ ਗਾਂਧੀ ਖੜਾ, ਇੱਕ ਪਾਸੇ ਨਾਲ ਅਮਿਤਾਭ ਬੱਚਨ ਖੜਾ ਹੈਗਾ, ਤੇ ਫਿਰ ਸਿਰਸਾ ਸਾਹਿਬ ਇੰਨੇ ਸੁਲਝੇ ਹੋਏ ਬੰਦੇ, ਇੰਨੇ ਸਮਝਦਾਰ ਬੰਦੇ, ਉਹਨਾਂ ਨੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਗਲਤੀ ਕੀਤੀ ਹੈਗੀ ਹੈ। ਮੇਰੀ ਸਮਝ ਤੋਂ ਗੱਲ ਬਾਹਰ ਆ, ਠੀਕ ਆ। ਅਗਰ ਉਹਨਾਂ ਨੇ ਲੋਕਾਂ ਦੀ ਸੇਵਾ ਭਾਵਨਾ ਕਰਕੇ ਵੀ ਇਹ ਕਰ ਲਿਆ ਕਿ ਇਸ ਟਾਈਮ ਬਹੁਤ ਮੁਸ਼ਕਲ ਦੀ ਘੜੀ ਵਿੱਚ ਦੁਨੀਆ ਨਿਕਲ ਰਹੀ ਆ, ਪਰ ਮੈਂ ਉੱਥੇ ਫਿਰ ਵੀ ਸਿਰਸਾ ਸਾਹਿਬ ਨੂੰ ਇਹ ਕਹੂੰਗੀ ਕਿ ਤੁਹਾਡੇ ਤੇ ਗੁਰੂ ਦੀ ਕਿਰਪਾ ਹੈਗੀ ਆ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ। ਤੁਹਾਨੂੰ ਤੁਸੀਂ ਇੱਕ ਵਾਰੀ ਮੂੰਹੋਂ ਕਹਿ ਕੇ ਦੇਖੋ, ਲੋਕੀ ਤੁਹਾਨੂੰ ਸਭ ਕੁਝ ਦੇਣ ਨੂੰ ਤਿਆਰ ਹਨ, ਕਿਉਂਕਿ ਤੁਹਾਡਾ ਪੈਸਾ ਲੱਗਿਆ ਦਿਖ ਰਿਹਾ ਲੋਕਾਂ ਨੂੰ ਕਿ ਤੁਸੀਂ ਪੈਸਾ ਲਗਾ ਰਹੇ ਹੋ, ਲੋਕਾਂ ਤੇ ਲਗਾ ਰਹੇ ਹੋ, ਲੋਕਾਂ ਦੀ ਸੇਵਾ ਕਰ ਰਹੇ ਹੋ। ਤੇ ਇਸ ਕਰਕੇ ਇਹੋ ਜਿਹੇ ਕਾਤਲਾਂ ਤੋਂ ਪੈਸਾ ਲੈ ਕੇ ਲਗਾਉਣਾ ਜਿਹੜਾ ਹੈਗਾ ਉਹ ਸਾਨੂੰ ਸ਼ੋਭਾ ਨਹੀਂ ਦਿੰਦਾ, ਨਾ ਸਿਰਸਾ ਸਾਹਿਬ ਨੂੰ ਸ਼ੋਭਾ ਦਿੰਦਾ ਵਾ। ਪਤਾ ਨਹੀਂ ਸਿਰਸਾ ਸਾਹਿਬ ਨੇ ਇਹ ਚੀਜ਼ ਕਿਉਂ ਕੀਤੀ ਹੈ। ਹੁਣ ਤੁਹਾਡੀ ਮੰਗ ਕੀ ਹੈ? ਬਸ ਸਾਡੀ ਇੱਕੋ ਹੀ ਮੰਗ ਹੈਗੀ ਆ ਕਿ ਜਿਹੜਾ ਇਹ 2 ਕਰੋੜ ਰੁਪਈਆ ਹੈਗਾ ਇਹ ਵਾਪਸ ਦੇਵਣ, ਔਰ ਕਿਤੇ ਨਾ ਕਿਤੇ ਸਿਰਸਾ ਸਾਹਿਬ ਦੇ ਟਵੀਟ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹਿਰਦੇ ਬਲੂੰਦਰੇ ਗਏ ਦੇਣ, ਤੇ ਉਹਨਾਂ ਤੇ ਇਹ ਮਰਮ ਲਗਾਵਣ। ਬਹੁਤ ਸੁਲਝੇ ਹੋਏ ਨੇ ਉਹ, ਬਹੁਤ ਸਿਆਣੇ ਨੇ ਉਹਨਾਂ ਨੇ ਬੜੀ ਲੜਾਈ ਲੜੀ ਆ, ਇਹ 84 ਦੇ ਪੀੜਤਾਂ ਦੀ ਬੜੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੇ, ਤੇ ਇਸ ਕਰਕੇ ਉਹ ਅਗਰ ਸੰਗਤ ਤੋਂ ਮਾਫੀ ਵੀ ਮੰਗਣਗੇ ਸਿੱਖ ਕੌਮ ਤੋਂ, ਤੇ ਕੋਈ ਉਹਨਾਂ ਦਾ ਕੁਝ ਘੱਟ ਨਹੀਂ ਜਾਏਗਾ, ਸਗੋਂ ਉਹਨਾਂ ਤੇ ਪਰਮਾਤਮਾ ਦੀ ਹੋਰ ਬਖਸ਼ਿਸ਼ ਹੋਏਗੀ, ਹੋਰ ਕਿਰਪਾ ਹੋਏਗੀ, ਤੇ ਲੋਕ ਉਹਨਾਂ ਨੂੰ ਇਸ ਚੀਜ਼ ਨੂੰ ਕਹਿਣਗੇ ਕਿ ਵੱਡਾ ਦਿਲ ਕਰਕੇ ਸਿਰਸਾ ਸਾਹਿਬ ਨੇ 2 ਕਰੋੜ ਵੀ ਵਾਪਸ ਕੀਤਾ ਤੇ ਮਾਫੀ ਵੀ ਮੰਗੀ ਹੈ। ਕਿਤੇ ਨਾ ਕਿਤੇ ਹੋ ਸਕਦਾ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ, ਜਿੱਦਾਂ ਤੁਸੀਂ ਕਿਹਾ ਕਿ ਪਿਛਲੇ ਸਾਲ ਇੰਟਰਵਿਊ ਵਿੱਚ ਇਹ ਅਮਿਤਾਭ ਬੱਚਨ ਦੇ ਖਿਲਾਫ ਬਿਆਨ ਦਿੱਤਾ ਗਿਆ ਸੀਗਾ, ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਦਾ ਦਿਲ ਪਿਘਲ ਗਿਆ ਹੋਏ ਕਿ ਇਸ ਵਕਤ ਜੋ ਲੋੜ ਹੈ ਉਹ ਦਾਨ ਦੀ ਹੈ, ਕਿਉਂਕਿ ਜਿਸ ਤਰ੍ਹਾਂ ਲੋਕੀ ਸੜਕਾਂ ਤੇ ਅਸੀਂ ਦੇਖਿਆ ਦਿੱਲੀ ਵਿੱਚ ਕਿੰਨੇ ਮਾੜੇ ਹਾਲਾਤ ਹੋ ਗਏ ਸੀ, ਤੇ ਇਸ ਵਕਤ ਲੋੜ ਹੈ, ਤੇ ਕੀ ਪਤਾ ਹੁਣ ਉਹ ਐਂਜਲ ਬਣ ਕੇ ਆਏ, ਇੱਕ ਸਹਾਰਾ ਬਣ ਕੇ ਆਏ, ਤੇ ਉਹਨਾਂ ਨੇ ਜਿਹੜੇ ਲੋੜਵੰਦ ਲੋਕਾਂ ਸੀ ਉਹਨਾਂ ਦੀ ਮਦਦ ਕੀਤੀ। ਕਿੰਨੇ ਲੋਕਾਂ ਦੀਆਂ ਜਾਨਾਂ ਬਚੀਆਂ ਹੋਣਗੀਆਂ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਹੈ। ਤਾਂ ਹੋ ਸਕਦਾ ਉਹ ਪੁਰਾਣੀਆਂ ਚੀਜ਼ਾਂ ਨੂੰ ਭੁਲਾ ਕੇ ਇੱਕ ਨਵੀਂ ਸ਼ੁਰੂਆਤ ਉਹਨਾਂ ਦੇ ਦਾਨ ਨੂੰ ਐਪਰੀਸ਼ੀਏਟ ਕਰਨ ਲਈ ਕੀਤੀ ਹੋਵੇਗੀ। ਦੇਖੋ ਮੈਂ ਇਸ ਚੀਜ਼ ਨਾਲ ਸਹਿਮਤ ਹਾਂ, ਪਰ ਦੇਖੋ ਕਿਤੇ ਨਾ ਕਿਤੇ ਇਹ ਚੀਜ਼ ਵੀ ਤੇ ਸੋਚੋ, ਜਦੋਂ 10,000 ਸਿੱਖਾਂ ਦਾ ਕਤਲੇਆਮ ਹੋ ਗਿਆ, 3 ਦਿਨ 3 ਰਾਤਾਂ ਲਗਾਤਾਰ ਸਿੱਖਾਂ ਦੇ ਕਤਲੇਆਮ ਹੋਏ, ਸਿੱਖਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਸੜਕਾਂ ਤੇ ਰੁਲੀਆਂ, ਕੁੱਤਿਆਂ ਨੇ ਖਿੱਚੇ, ਸੂਰਾਂ ਨੇ ਖਿੱਚੇ, ਔਰ 3 ਦਿਨ ਉਹ ਲਾਸ਼ਾਂ ਝੁਲਸਦੀਆਂ ਰਹੀਆਂ, ਬਦਬੂ ਮਾਰਨ ਲੱਗ ਗਈਆਂ। ਤੀਸਰੇ ਦਿਨ ਜਦੋਂ ਫੌਜ ਪਹੁੰਚੀ ਤੇ ਉਹਨਾਂ ਨੇ ਉਹ ਲਾਸ਼ਾਂ ਇਕੱਠੀਆਂ ਕਰਕੇ ਮਿਊਨਿਸਪੈਲਿਟੀ ਦੀ ਗੱਡੀਆਂ ਦੇ ਵਿੱਚ ਪਾ ਕੇ ਜਾ ਕੇ ਸੰਸਕਾਰ ਹੋਏ ਉਹਨਾਂ ਦੇ, ਤੇ ਕੀ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਕੁਛ ਨਹੀਂ ਹੈਗੀਆਂ? ਅੱਜ ਉਹਨੂੰ ਦਾਨ ਕਰਨੇ ਯਾਦ ਆ ਗਏ। ਉਸ ਟਾਈਮ ਇਹ ਚੀਜ਼ ਰੋਕ ਸਕਦਾ ਸੀ, ਉਹ ਰਾਜੀਵ ਗਾਂਧੀ ਨੂੰ ਇਹ ਚੀਜ਼ ਕਹਿ ਸਕਦਾ ਸੀ ਕਿ ਅਗਰ ਜਿਹਨੇ ਕਤਲ ਕੀਤਾ ਹੈਗਾ ਇੰਦਰਾ ਗਾਂਧੀ ਦਾ, ਉਹਨੂੰ ਤੇ ਫਾਂਸੀ ਹੋਈ ਜਾਣੀ ਆ, ਉਹਦੀ ਤੇ ਗ੍ਰਿਫਤਾਰੀ ਹੋ ਗਈ ਹੈਗੀ ਆ। ਪਰ ਜਿਹੜੇ ਨਿਰਦੋਸ਼ ਸਿੱਖ ਹੈਗੇ ਆ ਉਹਨਾਂ ਦਾ ਕਤਲੇਆਮ ਕਰਨ ਦੀ ਕੀ ਤੁਕਬੰਦੀ ਸੀਗੀ? ਉਹਨਾਂ ਦਾ ਕਤਲੇਆਮ ਕਿਉਂ ਹੋਇਆ? ਔਰ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਹੋਇਆ। ਵੋਟਰ ਸੂਚੀਆਂ ਉਹਨਾਂ ਨੂੰ ਦਿੱਤੀਆਂ ਗਈਆਂ, ਰਾਤੋਂ ਰਾਤ ਹੀ ਵੋਟਰ ਸੂਚੀਆਂ ਵੰਡੀਆਂ ਗਈਆਂ ਕਿ ਫਲਾਣੀ ਗਲੀ ਵਿੱਚ ਇਤਨੇ ਸਿੱਖ ਰਹਿੰਦੇ ਨੇ, ਉਸ ਗਲੀ ਵਿੱਚ ਇੰਨੇ ਸਿੱਖ ਰਹਿੰਦੇ ਨੇ। ਨਹੀਂ ਤੇ ਕੀ ਜਿਹੜੇ ਬਾਹਰੋਂ ਆਏ ਸੀਗੇ ਲੋਕ ਮਾਰਨ ਵਾਲੇ, ਉਹਨਾਂ ਨੂੰ ਪਤਾ ਸੀਗਾ ਵੀ ਕਿਹੜੀ ਗਲੀ ਵਿੱਚ ਕਿਤਨੇ ਸਿੱਖਾਂ ਦੇ ਪਰਿਵਾਰ ਹੈਗੇ, ਕਿਹੜੇ ਸਿੱਖ ਕਿੱਥੇ ਰਹਿੰਦੇ ਆ, ਕੀ ਕਿਹੜੇ ਅਮੀਰ ਆ, ਕਿਹੜੇ ਗਰੀਬ ਆ, ਕਿਹਨਾਂ ਦਾ ਘਰ ਵੀ ਲੁੱਟਣਾ ਤੇ ਕਿਹਨਾਂ ਨੂੰ ਮਾਰਨਾ ਵੀ ਹੈਗਾ? ਉਹਨਾਂ ਨੂੰ ਕੁਝ ਨਹੀਂ ਸੀ ਪਤਾ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਵੋਟਰ ਸੂਚੀਆਂ ਵੰਡ ਕੇ ਸਾਡੇ ਲੋਕਾਂ ਦੇ ਕਤਲੇਆਮ ਹੋਏ। ਸਾਡੇ ਜਿਹੜੇ ਭੈਣ ਭਰਾ ਸਾਡੀਆਂ ਅੱਖਾਂ ਦੇ ਸਾਹਮਣੇ ਮਰੇ, ਅਸੀਂ ਲਾਸ਼ਾਂ ਝੁਲਸੀਆਂ ਦੇਖੀਆਂ, ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਨਿਕਲ ਕੇ ਜਾ ਕੇ ਕੈਂਪਾਂ ਵਿੱਚ ਪਹੁੰਚੀ, ਅਸੀਂ ਉਹ ਚੀਜ਼ਾਂ ਭੁੱਲ ਜਾਵਾਂਗੇ? ਅਸੀਂ ਕਦੀ ਵੀ ਨਹੀਂ ਭੁੱਲਾਂਗੇ। ਇਸ ਕਰਕੇ ਉਸ ਕਾਤਲ ਦਾ ਜਿਹੜਾ ਦਾਨ ਹੈਗਾ ਉਹ ਉਹਨਾਂ ਲੋਕਾਂ ਤੇ ਨਹੀਂ ਲੱਗਣਾ ਚਾਹੀਦਾ ਹੈਗਾ ਜਿਹੜੇ ਇਸ ਟਾਈਮ ਮੌਤ ਤੇ ਮੂੰਹ ਵਿੱਚ ਬੈਠੇ ਨੇ। ਸਿਰਸਾ ਸਾਹਿਬ ਇੱਕ ਅਪੀਲ ਤੇ ਕਰਕੇ ਦੇਖਣ, ਉਹਨਾਂ ਨੂੰ ਅਰਬਾਂ ਖਰਬਾਂ ਰੁਪਈਆ ਪਹੁੰਚੇਗਾ ਉਹਨਾਂ ਵਾਸਤੇ। ਇਹ ਕੋਈ ਜ਼ਰੂਰੀ ਨਹੀਂ ਕਿ ਇੱਕ ਕਾਤਲ ਦਾ ਹੀ ਪੈਸਾ ਆ ਕੇ ਉਹਨਾਂ ਬਿਮਾਰਾਂ ਤੇ ਲਗਾਉਣਾ ਹੈਗਾ। ਮੈਂ ਸਮਝਦੀ ਹਾਂ ਇਸ ਚੀਜ਼ ਨੂੰ। ਅਸੀਂ ਖੁਦ ਇਸ ਟਾਈਮ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਰੋਜ਼ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਗੁਰਦੁਆਰਿਆਂ ਵਿੱਚ ਜਾ ਕੇ ਅਰਦਾਸਾਂ ਕਰਦੇ ਹਾਂ ਕਿ ਪਰਮਾਤਮਾ ਇਹ ਮੁਸ਼ਕਿਲ ਦੀ ਘੜੀ 'ਚ ਸਾਰੇ ਸੰਸਾਰ ਨੂੰ ਕੱਢ ਲੈ। ਹੁਣ ਪਰਮਾਤਮਾ ਹੀ ਬੇੜਾ ਪਾਰ ਕਰੇਗਾ ਸੰਸਾਰ ਦਾ, ਪਰ ਉਹ ਤੇ ਇਹ ਮਤਲਬ ਨਹੀਂ ਹੈਗਾ ਕਿ ਇੱਕ ਕਾਤਲ ਦਾ ਪੈਸਾ ਲੈ ਕੇ ਅਸੀਂ ਉਹਨਾਂ ਲੋਕਾਂ ਦੇ ਵਿੱਚ ਲਾਵਾਂਗੇ। ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।
ਸੋ ਇਹ ਸਾਡੇ ਨਾਲ ਬੀਬੀ ਗੁਰਦੀਪ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਹੁਣ ਮਾਫੀ ਮੰਗਣੀ ਚਾਹੀਦੀ ਹੈ। ਹੋਰ ਖਬਰਾਂ ਲਈ ਦੇਖਦੇ ਰਹੋ ਔਨ 에ਅਰ। ਕੈਮਰਾਮੈਨ ਦੀਪਕ ਦੇ ਨਾਲ ਜਸਨੂਰ ਤਵਨ, ਔਨ 에ਅਰ ਲੁਧਿਆਣਾ। ਹੋਰ ਖਬਰਾਂ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦੀਪਕ ਦੇ ਨਾਲ ਜਸਨੂਰ ਤਵਨ, ਲੁਧਿਆਣਾ ਟਾਈਮਸ।